ਸਤਿ ਸ਼੍ਰੀ ਅਕਾਲ ਜੀ। ਕਫ ਸਿਰਪ ਇੱਕ ਅਜਿਹੀ ਚੀਜ਼ ਹੈ ਜਦੋਂ ਖੰਘ ਜ਼ੁਕਾਮ ਥੋੜਾ ਜਿਹਾ ਲੱਗਦਾ ਤਾਂ ਅਸੀਂ ਆਮ ਤੌਰ ਤੇ ਬਾਜ਼ਾਰ 'ਚੋਂ ਜਾ ਕੇ ਖੁਦ ਵੀ ਖਰੀਦ ਕੇ ਜਿਹੜਾ ਕਿ ਦੁਕਾਨਦਾਰ ਤੋਂ ਪੁੱਛ ਲੈਂਦੇ ਵੀ ਯਾਰ ਇਸ ਤਰ੍ਹਾਂ ਦੀ ਖੰਘ ਜੀ ਹੈ, ਕਫ ਸਿਰਪ ਦੇ ਦੇ ਕੋਈ, ਉਹ ਕਫ ਸਿਰਪ ਦੇ ਦਿੰਦਾ। ਪਰ ਕਫ ਸਿਰਪ ਅਸੀਂ ਪਹਿਲਾਂ ਵੀ ਕਿਹੜਾ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਜਾਨਲੇਵਾ ਸਾਬਤ ਹੋਏ ਸੀ ਤੇ WHO ਨੇ ਉਦੋਂ ਵੀ ਬੈਨ ਲਾਤਾ ਸੀਗਾ ਇੰਡੀਆ ਦੇ ਕਈ ਕੰਪਨੀਆਂ ਦੇ ਉੱਤੇ, ਜਾਂ ਕਹੀਏ ਕਿ ਉਹਨਾਂ ਦੇ ਕਫ ਸਿਰਪ ਦੇ ਉੱਤੇ। ਹੁਣ ਜ਼ਿਆਦਾਤਰ ਕਿਉਂਕਿ ਇਹ ਮਾਮਲਾ ਬੱਚਿਆਂ ਦੇ ਨਾਲ ਜੁੜਿਆ ਹੋਇਆ ਤਾਂ ਬੇਹੱਦ ਸੰਗੀਨ ਹੋ ਜਾਂਦਾ ਹੈ। ਦੂਜੇ ਪਾਸੇ ਗੱਲ ਇਹ ਕਿ ਇਹਦੇ ਉੱਤੇ ਚਿੰਤਾ ਜਤਾਉਣੀ ਵੀ ਲਾਜ਼ਮੀ ਜੀ ਲੱਗਦੀ ਹੈ ਤੇ ਨਾਲ ਤਾਂ ਫਿਰ ਯਾਰ ਜਦੋਂ ਇਹੋ ਜਿਹੀਆਂ ਖਬਰਾਂ ਪੜ੍ਹਦੇ ਹਾਂ ਸਾਨੂੰ ਵੀ ਲੱਗਦਾ ਵੀ ਅਸੀਂ ਕਫ ਸਿਰਪ ਲਈਏ ਕਿ ਨਾ ਲਈਏ, ਕਿਤੇ ਹੋਰ ਹੀ ਨਾ ਥੋੜ੍ਹੀ ਜਿਹੀ ਖੰਘ ਹਟਾਉਂਦੇ ਵੱਡਾ ਪੰਗਾ ਛਿੜ ਜੇ। ਕਮੈਂਟ ਕਰਕੇ ਨਾਲ ਦੱਸੀ ਚੱਲਿਓ ਕਿ ਆਖਰਕਾਰ ਇਹ ਕੰਪਨੀਆਂ ਦੇ ਉੱਤੇ ਕਿੰਨੀ ਕੁ ਸਖਤਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਇਹ ਵੀ ਕਿ ਕਫ ਸਿਰਪ ਨੂੰ ਲੈ ਕੇ ਜਦੋਂ ਇਹਦੇ ਵਿੱਚ ਹੈਡਿੰਗ DNA ਨੇ ਦਿੱਤਾ, ਬਹੁਤ ਸਾਰੀ ਮੀਡੀਆ ਰਿਪੋਰਟਸ ਸਾਹਮਣੇ ਆਈਆਂ। ਜਦੋਂ ਮੈਂ ਇਹ ਇੱਕ ਛੋਟਾ ਜਿਹਾ ਸਰਚ ਕਰਿਆ, ਭਾਰਤ ਦੇ ਵਿੱਚ ਬਣੇ 7 ਕਫ ਸਿਰਪ ਨੂੰ WHO ਨੇ ਕੀਤਾ ਬਲੈਕ ਲਿਸਟ। ਜਾਣੀਏ ਕਿਉਂ, ਕਿਉਂਕਿ ਕੀ ਹੈ ਇਹਦੀ ਵਜ੍ਹਾ। ਦੂਜੇ ਪਾਸੇ ਗੱਲ ਇਹ ਕਿ ਕੇਂਦਰ ਸਰਕਾਰ ਨੇ ਵੀ ਇਹ 'ਤੇ ਤੁਰੰਤ ਐਕਸ਼ਨ ਲਿਆ। ਹੁਣ ਕਫ ਸਿਰਪ ਨੂੰ ਲੈ ਕੇ ਜਿਹੜੀ ਇਹਨਾਂ ਨੇ ਜਾਣਕਾਰੀ ਸਾਂਝੀ ਕਰੀ ਆ ਉਹਦੇ ਵਿੱਚ ਲਿਖਦੇ ਨੇ ਕਿ WHO ਨੇ 7 ਭਾਰਤੀ ਕਫ ਸਿਰਪ 'ਤੇ ਜਿਹੜਾ ਪ੍ਰਤੀਬੰਧ ਲਗਾਤਾ ਹੈ, ਯਾਨੀ ਕਿ ਉਹਨਾਂ ਨੂੰ ਬੈਨ ਕਰਤਾ ਹੈ। ਇਹਦੀ ਵਜ੍ਹਾ ਇਹ ਹੈ ਕਿ ਇਹਨੂੰ ਪੀਣ ਦੇ ਨਾਲ ਕਈ ਦੇਸ਼ਾਂ ਦੇ ਵਿੱਚ ਲੋਕਾਂ ਦੀ ਜਾਨ ਚਲੀ ਗਈ ਹੈ। ਬਹੁਤ ਸੀਰੀਅਸ ਇਸ਼ੂ ਹੈ। ਕਫ ਸਿਰਪ ਦੇ ਮੌਤਾਂ ਦੇ ਮਾਮਲੇ ਦੇ ਵਿੱਚ WHO ਨੇ ਸਖਤ ਕਾਰਵਾਈ ਕੀਤੀ ਹੈ। WHO ਨੇ ਭਾਰਤ ਦੇ ਵਿੱਚ ਬਣੇ 7 ਕਫ ਸਿਰਪ ਨੂੰ ਬਲੈਕ ਲਿਸਟ ਦੇ ਵਿੱਚ ਪਾਤਾ ਹੈ। ਰਿਪੋਰਟ ਦੇ ਮੁਤਾਬਕ ਕਹਿੰਦੇ WHO ਨੇ ਇਹ ਕਾਰਵਾਈ ਕਈ ਦੇਸ਼ਾਂ ਦੇ ਕਫ ਸਿਰਪ ਦੇ 300 ਤੋਂ ਜ਼ਿਆਦਾ ਮੌਤਾਂ ਤੋਂ ਬਾਅਦ ਕੀਤੀ ਹੈ। WHO ਦਾ ਮੰਨਣਾ ਹੈ ਕਿ ਇਹਨਾਂ ਲੋਕਾਂ ਦੀ ਮੌਤ ਕਫ ਸਿਰਪ ਪੀਣ ਦੇ ਨਾਲ ਹੋਈ ਹੈ। ਬੀਤੇ ਕੁਝ ਮਹੀਨਿਆਂ ਦੇ ਵਿੱਚ ਨਾਈਜੀਰੀਆ, ਗਾਂਬੀਆ ਅਤੇ ਉਜ਼ਬੇਕਿਸਤਾਨ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ ਜਿੱਥੇ ਕਫ ਸਿਰਪ ਪੀਣ ਦੇ ਨਾਲ ਜੁੜੇ ਹੋਏ ਮਾਮਲੇ ਸੀਗੇ। WHO ਨੇ ਪ੍ਰਵਕਤਾ ਦੇ ਮੁਤਾਬਕ ਕਹਿੰਦੇ ਭਾਰਤ ਅਤੇ ਇੰਡੋਨੇਸ਼ੀਆ ਦੀ ਫਾਰਮਾ ਕੰਪਨੀਆਂ ਨੇ ਬਣਾਈ ਗਈ 20 ਤੋਂ ਜ਼ਿਆਦਾ ਕਫ ਸਿਰਪ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ WHO ਨੇ ਭਾਰਤ ਦੇ ਵਿੱਚ ਬਣੇ ਹੋਏ ਇਸ ਕਫ ਸਿਰਪ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ। ਇੱਥੇ ਤੱਕ ਕਿ ਇਹ ਕਫ ਸਿਰਪ ਉਹੀ ਨੇ ਜਿਹੜੇ ਗਾਂਬੀਆ ਅਤੇ ਉਜ਼ਬੇਕਿਸਤਾਨ ਦੇ ਵਿੱਚ ਹੋਈ ਮੌਤਾਂ ਤੋਂ ਬਾਅਦ ਵਿਵਾਦਾਂ ਦੇ ਵਿੱਚ ਸਾਹਮਣੇ ਆਏ ਸੀਗੇ। ਤੁਹਾਨੂੰ ਦੱਸ ਦਈਏ ਕਿ ਹਾਦਸਿਆਂ ਦੇ ਵਿੱਚ ਕਫ ਸਿਰਪ ਪੀਣ ਦੀ ਵਜ੍ਹਾ 300 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ। ਹੁਣ ਇਹ ਜੇ ਦੇਖਿਆ ਜਾਵੇ ਕਫ ਸਿਰਪ ਨੂੰ ਲੈ ਕੇ ਜਿਸ ਤਰ੍ਹਾਂ ਦੀ ਜਾਣਕਾਰੀਆਂ ਨੇਗੀਆਂ ਬੇਹੱਦ ਡਰਾਉਣ ਵਾਲੀਆਂ ਨੇਗੀਆਂ। ਭਾਰਤ ਦੇ ਵਿੱਚ ਲੱਗੀ ਸੀ ਰੋਕ। ਇਦੋਂ ਪਹਿਲਾਂ ਕਹਿੰਦੇ ਭਾਰਤ ਦੇ ਡਰੱਗ ਕੰਟਰੋਲਰ ਨੇ ਨੋਇਡਾ ਦੀ ਕੀਮੇਰੀਅਨ ਬਾਇਓਟਿਕ, ਚੇਨਈ ਦੀ ਗਲੋਬਲ ਫਾਰਮਾ, ਪੰਜਾਬ ਦੀ QP ਫਾਰਮਾ ਕੈਮ ਅਤੇ ਹਰਿਆਣਾ ਦੀ ਮੇਡਨ ਫਾਰਮਾਸਿਊਟੀਕਲਜ਼ ਦੇ ਸਮੇਤ ਕਈ ਹੋਰ ਫਾਰਮਾ ਕੰਪਨੀਆਂ ਦੇ ਖਿਲਾਫ ਜਾਂਚ ਕੀਤੀ ਸੀ। ਇਹ ਜਾਂਚ ਦੇ ਵਿੱਚ ਕੁਝ ਗੜਬੜੀਆਂ ਮਿਲੀਆਂ ਸੀ, ਜਿਸ ਤੋਂ ਬਾਅਦ ਡਰੱਗ ਕੰਟਰੋਲਰ ਨੇ ਇਹਨਾਂ ਕੰਪਨੀਆਂ ਦੇ ਸੰਚਾਲਨ 'ਤੇ ਰੋਕ ਲਾਤੀ ਸੀ। CDSCO ਦੇ ਸੂਤਰਾਂ ਦਾ ਕਹਿੰਦੇ ਕਹਿਣਾ ਹੈ ਕਿ ਦਵਾਈਆਂ ਦੀ ਨਿਰਯਾਤ ਤੋਂ ਪਹਿਲਾਂ ਉਹਨਾਂ ਦੀ ਕੁਆਲਿਟੀ ਕੰਟਰੋਲਰ ਨੂੰ ਸੁਨਿਸ਼ਚਿਤ ਕੀਤਾ ਜਾਂਦਾ ਹੈਗਾ। ਦੂਜੇ ਪਾਸੇ ਗੱਲ ਕੀਤੀ ਜਾਵੇ ਕਿ ਇਹਦੇ 'ਤੇ ਕਾਰਵਾਈ ਕੀ ਹੋਈ, ਇਹ ਮੈਂ ਪੜ੍ਹ ਰਿਹਾ ਸੀਗਾ ਜਿਹੜੀ ਜਾਣਕਾਰੀ ਜਿਵੇਂ ਕਿ ਪਹਿਲਾਂ DNA ਨੇ ਕਰੀ ਸੀ, ਇਹ ਹਿੰਦੁਸਤਾਨ ਨੇ ਕਰੀ ਹੈ ਸਾਂਝੀ। ਕੇਂਦਰ ਸਰਕਾਰ ਨੇ ਨਕਲੀ ਦਵਾਈਆਂ ਦੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਖਤ ਰੁਖ ਅਪਣਾਇਆ, ਜਿਸ ਤੋਂ ਬਾਅਦ ਕੇਂਦਰ ਦੇ ਸਵਾਸਥ ਮੰਤਰੀ ਮਨਸੁਖ ਮੰਡਵਈਆ ਨੇ ਕਿਹਾ ਕਿ ਭਾਰਤ ਵਿੱਚ ਨਕਲੀ ਦਵਾਵਾਂ ਦੇ ਮਾਮਲੇ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ, ਨੀਤੀ ਦਾ ਪਾਲਣ ਕਰਨਾ ਹੋਊਗਾ। ਉਹਨਾਂ ਨੇ ਖਾਂਸੀ ਨੂੰ ਰੋਕਣ ਦੇ ਵਾਸਤੇ ਭਾਰਤ ਦੇ ਨਿਰਮਿਤ ਜਿਹੜੀਆਂ ਸਿਰਪ ਦੇ ਕਾਰਨ ਕਥਿਤ ਮੌਤਾਂ ਦਾ ਬਾਰੇ ਕੁਝ ਹਲਕਿਆਂ ਦੇ ਵਿੱਚ ਚਿੰਤਾ ਵਿਅਕਤ ਕੀਤੀ ਗਈ ਹੈ, ਜਿਸ ਤੋਂ ਬਾਅਦ 71 ਕੰਪਨੀਆਂ ਨੂੰ ਕਾਰਨ ਦੱਸੋ ਸ਼ੋਕੋਜ਼ ਨੋਟਿਸ ਨੇ ਯਾਨੀ ਕਿ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਨੇ ਤੇ ਉਹਨਾਂ ਦੇ ਵਿੱਚੋਂ 18 ਨੂੰ ਬੰਦ ਕਰਨ ਨੂੰ ਵੀ ਕਿਹਾ ਗਿਆ। ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿੱਚ ਮਹੱਤਵਪੂਰਨ ਦਵਾਵਾਂ ਦਾ ਉਤਪਾਦਨ ਸੁਨਿਸ਼ਚਿਤ ਕਰਨ ਨੂੰ ਲੈ ਕੇ ਲਗਾਤਾਰ ਵਿਸ਼ਲੇਸ਼ਣ ਹਾਲਾਂਕਿ ਕਹਿੰਦੇ ਕੀਤੇ ਜਾਂਦੇ ਨੇ। ਨਾਲ ਹੀ ਸਰਕਾਰ ਅਤੇ ਨਿਯਮਕ ਹਮੇਸ਼ਾ ਇਹ ਸੁਨਿਸ਼ਚਿਤ ਕਰਨ ਦੇ ਵਾਸਤੇ ਸਤਰਕ ਰਹਿੰਦੇ ਨੇ ਕਿ ਨਕਲੀ ਦਵਾਵਾਂ ਦੇ ਕਾਰਨ ਕਿਸੇ ਦੀ ਮੌਤ ਨਾ ਹੋਵੇ। ਮਨਸੁਖ ਮੰਡਵਈਆ ਨੇ ਕਿਹਾ ਕਿ ਅਸੀਂ ਦੁਨੀਆ ਦੀ ਫਾਰਮੇਸੀਆਂ ਅਤੇ ਸਾਰਿਆਂ ਨੂੰ ਆਸ਼ਵਸਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਦੁਨੀਆ ਦੇ ਵਿੱਚ ਹਾਈ ਕੁਆਲਿਟੀ ਵਾਲੀ ਫਾਰਮੇਸੀ ਹੈਗੇ। ਫਰਵਰੀ ਦੇ ਵਿੱਚ ਤਾਮਿਲਨਾਡੂ ਆਧਾਰਿਤ ਗਲੋਬਲ ਫਾਰਮਾ ਹੈਲਥ ਕੇਅਰ ਦੇ ਅੱਖਾਂ ਦੇ ਵਿੱਚ ਪਾਉਣ ਵਾਲੀ ਦਵਾਈ ਦੀ ਪੂਰੀ ਖੇਪ ਕਹਿੰਦੇ ਉਹਨਾਂ ਨੇ ਵਾਪਸ ਲਈ ਸੀ, ਕਿਉਂਕਿ ਉਹਨਾਂ ਨੂੰ ਲੱਗਿਆ ਹੋਣਾ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਸ਼ਾਇਦ ਇਹਦੇ ਵਿੱਚ। ਇਦੋਂ ਪਹਿਲਾਂ ਆਰੋਪ ਲੱਗਿਆ ਸੀ ਕਿ ਪਿਛਲੇ ਸਾਲ ਖੰਘ ਨੂੰ ਰੋਕਣ ਵਾਲੀ ਭਾਰਤ ਨਿਰਮਿਤ ਸਿਰਪ ਗਾਂਬੀਆ ਅਤੇ ਉਜ਼ਬੇਕਿਸਤਾਨ ਦੇ ਵਿੱਚ 66 ਅਤੇ 18 ਬੱਚਿਆਂ ਦੀ ਮੌਤ ਹੈ ਜਿਹੜੀ ਉਹ ਹੋ ਗਈ ਸੀਗੀ। ਉਦੋਂ ਉਹਨਾਂ ਨੇ ਇਹਦੋਂ ਜ਼ਿੰਮੇਵਾਰ ਸਮਝਿਆ ਸੀਗਾ। ਭਾਰਤ ਨੇ 2022-23 ਦੇ ਵਿੱਚ 17.6 ਅਰਬ ਦਾ ਕਹਿੰਦੇ ਅਮਰੀਕੀ ਡਾਲਰ ਦਾ ਕਫ ਸਿਰਪ ਦਾ ਨਿਰਯਾਤ ਕੀਤਾ ਗਾ, ਜਦੋਂ ਕਿ 2021-22 ਦੇ ਵਿੱਚ 17 ਅਰਬ ਅਮਰੀਕੀ ਡਾਲਰ ਦਾ ਸੀਗਾ। ਜੈਨਰਿਕ ਦਵਾਈਆਂ ਦੀ ਕਹਿੰਦੇ ਸਭ ਤੋਂ ਵੱਡੀ ਮੰਡੀ ਹੈ ਭਾਰਤ, ਜਿਹੜੀ ਇਹ ਜਾਣਕਾਰੀ ਇਹਨਾਂ ਨੇ ਸਾਂਝੀ ਕਰੀ ਹੈ। ਕਹਿੰਦੇ ਕੁੱਲ ਮਿਲਾ ਕੇ ਭਾਰਤ ਵੱਡੇ ਸਤਰ 'ਤੇ ਜੈਨਰਿਕ ਦਵਾਵਾਂ ਦਾ ਸਭ ਤੋਂ ਵੱਡਾ ਪ੍ਰਦਾਤਾ ਹੈਗਾ, ਜਿਹੜਾ ਅਲੱਗ-ਅਲੱਗ ਟੀਕੇ ਅਤੇ ਵੈਸ਼ਵਿਕ ਮੰਗਾਂ ਦਾ 50% ਤੋਂ ਜ਼ਿਆਦਾ ਹੈ। ਭਾਰਤ ਅਮਰੀਕਾ ਦੇ ਵਿੱਚ ਲਗਭਗ 40% ਜੈਨਰਿਕ ਮੰਗ ਨੂੰ ਅਤੇ ਬ੍ਰਿਟੇਨ ਦੇ ਵਿੱਚ 25% ਜਿਹੜੀ ਮੈਡੀਸਨ ਦੀ ਪੂਰਤੀ ਕਰਦਾ ਹੈ।
ਮੜਵਈਆ ਨੇ ਕਿਹਾ ਕਿ ਜਦੋਂ ਵੀ ਭਾਰਤ ਦੀਆਂ ਦਵਾਵਾਂ ਨੂੰ ਲੈ ਕੇ ਕੁਝ ਸਵਾਲ ਚੱਕੇ ਜਾਂਦੇ ਨੇ ਤਾਂ ਅਸੀਂ ਤੱਥਾਂ ਦੇ ਸ਼ਾਮਲ ਹੋਣ ਦੀ ਜਿਹੜੀ ਬੇਹੱਦ ਜ਼ਰੂਰੀ ਹੈ। ਉਦਾਹਰਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਗਾਂਬੀਆ ਦੇ ਵਿੱਚ ਕਿਹਾ ਗਿਆ ਸੀ ਕਿ 49 ਬੱਚਿਆਂ ਦੀ ਮੌਤ ਹੋਈ ਹੈ। WHO ਦੀ ਕਿਸੇ ਨੇ ਕਿਹਾ ਸੀ ਕਿ ਸਾਨੇ ਉਹਨਾਂ ਨੂੰ ਲਿਖਿਆ ਕਿ ਇਹਦੇ ਤੱਥ ਕੀ ਨੇ, ਯਾਨੀ ਕਿ ਜਦੋਂ ਉਹਨਾਂ ਨੇ ਕਿਹਾ ਵੀ ਗਾਂਬੀਆ ਦੇ ਵਿੱਚ ਜਿਹੜੀ ਮੌਤ ਹੋਈ ਹੈ, WHO ਨੇ ਇਹਨਾਂ ਦੇ ਵੱਲੋਂ ਚਿੱਠੀ ਲਿਖੀ। ਉਦੋਂ ਬਾਅਦ ਕਹਿੰਦੇ ਕਿ ਸਾਡੇ ਸਾਹਮਣੇ ਉਹਨਾਂ ਨੇ ਕੋਈ ਤੱਥ ਨਹੀਂ ਗੇ ਰੱਖੇ ਜਦੋਂ ਅਸੀਂ ਕਿਹਾ ਵੀ ਉਰੋਂ ਦੀ ਦਵਾਈਆਂ ਦੇ ਕਾਰਨ ਕਿ ਉਹ ਬੱਚਿਆਂ ਦੀ ਮੌਤ ਹੋਈ ਹੈ। 24 ਸੈਂਪਲਾਂ ਦੇ ਵਿੱਚੋਂ 4 ਫੇਲ ਹੋਏ ਨੇ ਮੜਵਈਆ ਕਹਿੰਦੇ। ਮਨਸੁਖ ਮੜਵਈਆ ਨੇ ਕਿਹਾ ਕਿ ਅਸੀਂ ਕੰਪਨੀਆਂ ਦੇ ਸੈਂਪਲ ਦੀ ਜਾਂਚ ਕਰ ਰਹੇ ਹਾਂ। ਸਾਨੇ ਮੌਤ ਦੀ ਵਜ੍ਹਾ ਜਾਣਨ ਦੇ ਵਾਸਤੇ ਕੋਸ਼ਿਸ਼ ਕੀਤੀ ਹੈ ਤੇ ਪਾਇਆ ਕਿ ਬੱਚਿਆਂ ਦੇ ਵਿੱਚ ਅਤਿਸਾਰ ਸੀਗਾ। ਅਤਿਸਾਰ ਮਤਲਬ ਕਿ ਜਿਹਨੂੰ ਦਸਤ ਵਗੈਰਾ ਲੱਗ ਜਾਂਦੇ ਨੇ, ਵੀ ਉਹਨਾਂ ਦੇ ਵਿੱਚ ਉਹਨਾਂ ਨੂੰ ਦਸਤ ਵਗੈਰਾ ਲੱਗੇ ਹੋਏ ਸੀ ਉਹਨਾਂ ਬੱਚਿਆਂ ਨੂੰ। ਜੇਕਰ ਕਿਸੇ ਬੱਚੇ ਨੂੰ ਕਹਿੰਦੇ ਅਤਿਸਾਰ ਹੋਵੇ ਤਾਂ ਉਹਨਾਂ ਬੱਚਿਆਂ ਦੇ ਲਈ ਕਫ ਸਿਰਪ ਦੀ ਸਲਾਹ ਕਿਹਨੇ ਦਿੱਤੀ? ਕਹਿੰਦੇ ਇਹ ਵੀ ਬੜੀ ਹੈਰਾਨੀ ਭਰੀ ਹੈ ਕਿਉਂਕਿ ਦਿੱਤੀ ਨਹੀਂ ਜਾਂਦੀ, ਕਹਿੰਦੇ ਉਹ ਤਾਂ ਖੰਘ ਖੁੰਘ ਵਾਸਤੇ ਹੁੰਦਾ। ਮੰਤਰੀ ਨੇ ਕਿਹਾ ਕਿ ਕੁੱਲ 24 ਨਮੂਨੇ ਲਏ ਗਏ ਨੇ ਜਿਨ੍ਹਾਂ ਦੇ ਵਿੱਚੋਂ 4 ਵਿਫਲ ਰਹੇ ਨੇ। ਉਹਨਾਂ ਨੇ ਕਿਹਾ ਕਿ ਸਵਾਲ ਇਹ ਹੈ ਕਿ ਜੇਕਰ ਨਿਰਯਾਤ ਦੇ ਵਿੱਚ ਸਿਰਫ ਇੱਕ ਬੈਚ ਬਣਾਇਆ ਗਿਆ ਤਾਂ ਜੇਕਰ ਉਹ ਵਿਫਲ ਰਹਿੰਦਾ ਤਾਂ ਸਾਰੇ ਨਮੂਨੇ ਵਿਫਲ ਹੋ ਜਾਣਗੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ 20 ਨਮੂਨਿਆਂ ਦੇ ਵਿੱਚ ਪਾਸ ਹੋ ਜਾਣ ਅਤੇ 4 ਨਮੂਨੇ ਜਿਹੜੇ ਫੇਲ ਹੋ ਜਾਂਦੇ, ਤਾਂ ਅਸੀਂ ਇਸ ਚੀਜ਼ ਨੂੰ ਲੈ ਕੇ ਵੀ ਕਹਿੰਦੇ ਸਤਰਕ ਹਾਂ। ਹੁਣ ਗੱਲ ਇਹ ਕਿ ਸਿਰਪ ਤਾਂ ਹਰ ਕੋਈ ਪੀਂਦਾ ਅਤੇ ਜ਼ਿਆਦਾਤਰ ਦੇਖਿਆ ਜਾਵੇ ਇਹਦੀ ਮੰਗ ਵੀ ਬਹੁਤ ਜ਼ਿਆਦਾ ਅਤੇ ਇਹਨੂੰ ਯੂਜ਼ ਵੀ ਬਹੁਤ ਸਾਰੇ ਲੋਕ ਕਰਦੇ ਆ। ਹੁਣ ਗੱਲ ਇਹ ਕਿ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਇਹ ਬੇਹੱਦ ਡਰਾਉਂਦੇ ਨੇ ਕਿ ਬੱਚਿਆਂ ਨੂੰ ਐਸੀ ਸਿਰਪ ਪਿਲਾਉਣ ਤੋਂ ਪਹਿਲਾਂ ਹੁਣ ਗੱਲ ਇਹ ਆ ਵੀ ਹਮੇਸ਼ਾ ਡਾਕਟਰ ਦੀ ਸਲਾਹ ਜ਼ਰੂਰ ਲਓ, ਕਿਉਂਕਿ ਆਮ ਤੌਰ 'ਤੇ ਜਦੋਂ ਕਫ ਸਿਰਪ ਖਰੀਦਣ ਜਾਂਦੇ ਹਾਂ ਤਾਂ ਅਸੀਂ ਆਮ ਤੌਰ 'ਤੇ ਇੱਕ ਵਾਰੀ ਤਾਂ ਅਸੀਂ ਐਂ ਹੀ ਲਿਆਉਂਦੇ ਹਾਂ, ਜੇ ਨਾ ਠੀਕ ਠੂਕ ਆਵੇ ਫਿਰ ਅਸੀਂ ਡਾਕਟਰ ਕੋਲ ਜਾਂਦੇ ਹਾਂ। ਤਾਂ ਇਹ ਚੀਜ਼ ਇਹ ਜ਼ਰੂਰ ਦੱਸਦੀ ਹੈ ਵੀ ਕਿਹੜਾ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ। ਕੋਈ ਸਾਲਟ ਕਿਸੇ ਕਫ ਸਿਰਪ ਦਾ ਕਿਹੋ ਜਿਹਾ ਕੋਈ ਕਿਹੋ ਜਿਹਾ ਹੋ ਸਕਦਾ ਵੀ ਇਹ ਸੱਚੋਂ ਕੋਈ ਗਲਤ ਵੀ ਹੁਣ ਜਿਨ੍ਹਾਂ ਕਰਕੇ ਬੱਚਿਆਂ ਦੀ ਮੌਤ ਹੋਈ, ਪਰ ਹੋ ਸਕਦਾ ਵੀ ਕਿਤੇ ਕੋਈ ਗਲਤ ਰਿਐਕਸ਼ਨ ਵੀ ਹੋਏ। ਹੁਣ ਜਿਵੇਂ ਕਹਿੰਦੇ ਵੀ ਦਸਤ ਵਾਲਿਆਂ ਨੂੰ ਕਫ ਸਿਰਪ ਕਿਵੇਂ ਪਿਆਤੇ ਜਾਂਦੇ, ਸਾਨੂੰ ਤਾਂ ਇਹ ਨਹੀਂ ਸਮਝ ਲੱਗ ਰਹੀ ਹੈਗੀ, ਪਰ ਸਾਨੂੰ ਇਤਿਹਾਦ ਤਾਂ ਜ਼ਰੂਰ ਰੱਖਣੀ ਹੋਊਗੀ।